Hello friends, welcome to the channel All in One for You. First of all, subscribe my channel for more English and Punjabi shorthand dictation. So be ready, let's start. ਭਾਰਤ ਦੇ ਪੁਰਾਤਨ ਵਸਨੀਕ ਆਪਣੀ ਜੀਵਨ ਜੋਤ ਜਗਦੀ ਰੱਖਣ ਵਾਸਤੇ ਭੋਜਨ ਪ੍ਰਾਪਤ ਕਰਨ ਲਈ ਘਾਲਾਂ ਘਾਲਦੇ ਰਹੇ ਤੇ ਉਹਨਾਂ ਨੇ ਆਪਣੀ ਸੂਝ-ਬੂਝ ਨਾਲ ਅੱਜ ਤੋਂ ਲਗਭਗ 2500 ਸਾਲ ਪਹਿਲਾਂ ਹਲ ਲੋਹੇ ਦੇ ਫਾਲਿਆਂ ਦੀ ਵਰਤੋਂ ਆਰੰਭ ਕਰ ਦਿੱਤੀ ਸੀ। ਉਹ ਇਸ ਸਮੇਂ ਤੱਕ ਬਲਦਾਂ ਨੂੰ ਹਲ ਚਲਾਉਣ ਲਈ ਵਰਤਣ ਲੱਗ ਪਏ ਸਨ ਅਤੇ ਕਣਕ ਤੇ ਚਾਵਲ ਦੀ ਬਿਜਾਈ ਕਰਦੇ ਸਨ। ਜਾਤ ਪਾਤ ਦੀ ਪ੍ਰਥਾ ਸਥਾਪਿਤ ਹੋ ਚੁੱਕੀ ਸੀ ਤੇ ਵੈਸ਼ਾ ਦੇ ਹਿੱਸੇ ਖੇਤੀਬਾੜੀ ਦਾ ਉੱਤਮ ਕੀਤਾ ਆਇਆ ਸੀ। ਇਸ ਤੋਂ ਮਗਰੋਂ ਭਾਰਤ ਵਿੱਚ ਮੌਰੀਆ ਦਾ ਜ਼ਮਾਨਾ ਆਉਂਦਾ ਹੈ, ਜਿਸ ਵਿੱਚ ਖੇਤੀਬਾੜੀ ਕਿੱਤੇ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਪਰ ਮੌਰੀਆ ਤੋਂ ਪਹਿਲਾਂ ਸਿਕੰਦਰ ਦੇ ਹਮਲੇ ਤੱਕ ਦੇ ਸਮੇਂ ਵਿੱਚ ਵੀ ਕਾਫੀ ਤਬਦੀਲੀਆਂ ਆ ਚੁੱਕੀਆਂ ਸਨ। ਚਾਵਲ ਦੀ ਘਣੀ ਖੇਤੀ ਹੋਣ ਲੱਗ ਪਈ ਤੇ ਕਪਾਹ ਤੇ ਗੰਨਾ ਵਪਾਰਕ ਫਸਲਾਂ ਵਜੋਂ ਬੀਜੀਆਂ ਜਾਣ ਲੱਗ ਪਈਆਂ। ਇਹਨਾਂ ਵਸਤਾਂ ਤੇ ਹੋਰ ਅਨਾਜਾਂ ਦਾ ਵਪਾਰ ਜ਼ੋਰਾਂ ਤੇ ਹੋ ਗਿਆ। ਲੋਹੇ ਦੀ ਵਰਤੋਂ ਖੇਤੀਬਾੜੀ ਸੰਦਾਂ ਵਿੱਚ ਆਮ ਪਰ ਵਿਸ਼ੇਸ਼ ਗੱਲ ਹੋ ਗਈ। ਧੋਕਣੇ ਨਾਲ ਲੋਹਾ ਗਰਮ ਕੀਤਾ ਜਾਣ ਲੱਗ ਪਿਆ, ਇੱਥੋਂ ਤੱਕ ਕਿ ਭੋਅ ਨੂੰ ਫਸਲਾਂ ਅਨੁਸਾਰ ਵੰਡ ਦਿੱਤਾ ਗਿਆ ਤੇ ਫਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਵਾਹਿਆ ਜਾਣ ਲੱਗ ਪਿਆ। ਇਸ ਸਮੇਂ ਤੱਕ ਬੁੱਧਮਤ ਦੀ ਹੋਂਦ ਵਿੱਚ ਆ ਗਿਆ ਤੇ ਬੋਧੀਆਂ ਨੇ ਜਨ ਸਧਾਰਨ ਦੀ ਭਾਸ਼ਾ ਪਾਲੀ ਵਿੱਚ ਬੁੱਧਮਤ ਦੇ ਅਸੂਲਾਂ ਦਾ ਰਜ਼ਵਾਂ ਪ੍ਰਚਾਰ ਕੀਤਾ। ਇਹਨਾਂ ਅਸੂਲਾਂ ਵਿੱਚੋਂ ਇੱਕ ਇਹ ਵੀ ਸੀ ਕਿ ਜਾਨਵਰਾਂ ਨੂੰ ਨਾ ਮਾਰਿਆ ਜਾਵੇ। ਨਤੀਜੇ ਵਜੋਂ ਪਸ਼ੂ ਧਨ ਫਿਰ ਹਿਫਾਜ਼ਤ ਵਿੱਚ ਹੋ ਗਿਆ। ਇਸੇ ਤਰ੍ਹਾਂ ਜੰਗਲਾਂ ਨੂੰ ਸਾਫ਼ ਕਰਕੇ ਭੋਅ ਨੂੰ ਖੇਤੀਬਾੜੀ ਯੋਗ ਬਣਾਉਣ ਦਾ ਕੰਮ ਰਾਜੇ ਜਾਂ ਸਮੂਹ ਭਾਈਚਾਰੇ ਨੇ ਆਪਣੇ ਹੱਥਾਂ ਵਿੱਚ ਲੈ ਲਿਆ। ਭੋਅ ਉੱਤੇ ਲਗਾਨ ਦੀ ਵਿਧੀ ਚਲਦੀ ਆ ਰਹੀ ਸੀ, ਪਰ ਕਿਸਾਨ ਇਹ ਲਗਾਨ ਸਿੱਧਾ ਹੀ ਰਾਜੇ ਪਾਸ ਜਮ੍ਹਾਂ ਕਰਵਾ ਦਿੰਦੇ ਸਨ। ਇਹਨਾਂ ਖੇਤੀਬਾੜੀ ਤਰੱਕੀਆਂ ਕਾਰਨ ਤੇ ਸਮੁੱਚੀ ਆਰਥਿਕਤਾ ਦੀ ਉੱਨਤੀ ਸਦਕਾ ਸ਼ਹਿਰ, ਜਿਹੜੇ ਲਗਭਗ 1000 ਸਾਲ ਪਹਿਲਾਂ ਆਰੀਆ ਦੇ ਆਉਣ ਨਾਲ ਬਰਬਾਦ ਹੋ ਗਏ ਸਨ, ਦੁਬਾਰਾ ਉਤਪੰਨ ਹੋ ਗਏ ਤੇ ਸ਼ਹਿਰੀ ਸੱਭਿਆਚਾਰ ਵੀ ਉਜਾਗਰ ਹੋਣ ਲੱਗ ਪਿਆ। ਦਸਤਕਾਰੀ ਤੇ ਹੋਰ ਸੂਖਮ ਹੁਨਰਾਂ ਦਾ ਕੇਂਦਰ ਸ਼ਹਿਰ ਬਣ ਗਏ। ਪਿੰਡਾਂ ਵਿੱਚ ਕਿਸਾਨਾਂ ਦਾ ਖੇਤੀਬਾੜੀ ਗਿਆਨ ਇੰਨਾ ਵਿਕਸਿਤ ਕਰ ਗਿਆ ਕਿ ਉਹ ਹਰ ਪ੍ਰਕਾਰ ਦਾ ਅਨਾਜ ਅਤੇ ਭਾਂਤ-ਭਾਂਤ ਦੀਆਂ ਦਾਲਾਂ ਪੈਦਾ ਕਰਨ ਲੱਗ ਪਏ। ਇਸ ਸਮੇਂ ਤੱਕ ਮੁਦਰਾ ਵੀ ਹੋਂਦ ਵਿੱਚ ਆ ਗਈ। ਸ਼ਾਹੂਕਾਰਾਂ ਲੈਣ ਦੇਣ ਵੀ ਚੱਲ ਪਿਆ। ਮੌਰੀਏ ਜਿੱਥੇ ਚੰਗੇ ਜੰਗਜੂ ਸਨ, ਉੱਥੇ ਚੰਗੇ ਪ੍ਰਬੰਧਕ ਵੀ ਸਨ। ਉਹਨਾਂ ਵੱਲੋਂ ਸੱਤਾ ਸੰਭਾਲਣ ਤੇ ਉਹਨਾਂ ਨੇ ਖੇਤੀਬਾੜੀ ਨੂੰ ਸਰਕਾਰ ਦੇ ਸਿੱਧੇ ਪ੍ਰਬੰਧ ਅਧੀਨ ਕਰ ਲਿਆ ਅਤੇ ਕਈ ਪ੍ਰਕਾਰ ਦੇ ਟੈਕਸ ਲਗਾਏ ਤਾਂ ਜੋ ਉਹ ਆਪਣੀ ਫੌਜ ਦਾ ਖਰਚਾ ਵੀ ਕੱਢ ਸਕਣ। ਮੌਰੀਆ ਨੇ ਸ਼ੂਦਰਾਂ ਦਾ ਕਾਫੀ ਸੁਧਾਰ ਕੀਤਾ ਤੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਆਪਣੇ ਲਈ
ਜੰਗਲ ਸਾਫ਼ ਕਰਕੇ ਇਲਾਕਾ ਪੈਦਾ ਕਰ ਲੈਣ ਤੇ ਖੇਤੀਬਾੜੀ ਕਰਨ। ਇੱਥੋਂ ਤੱਕ ਕਿ ਸਰਕਾਰ ਉਹਨਾਂ ਨੂੰ ਕੰਮ ਕਰਨ ਲਈ ਬਲਦ, ਹਲ, ਬੀਜ ਆਦਿ ਵੀ ਆਪਣੇ ਕੋਲੋਂ ਦੇਣ ਲੱਗ ਪਈ। ਇਸ ਦਾ ਨਤੀਜਾ ਇਹ ਹੋਇਆ ਕਿ ਖੇਤੀਬਾੜੀ ਹੇਠ ਹੋਰ ਕਾਫੀ ਜ਼ਮੀਨ ਆ ਗਈ ਅਤੇ ਉਪਜ ਵਿੱਚ ਵੀ ਵਾਧਾ ਹੋਇਆ। ਕਈ ਬਣਾਉਟੀ ਸਿੰਜਾਈ ਸਾਧਨ ਵਰਤੇ ਜਾਣ ਲੱਗ ਪਏ। ਸਿੰਜਾਈ ਦੇ ਮਹੱਤਵ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਕਈ ਕਾਨੂੰਨ ਬਣਾਏ ਗਏ ਅਤੇ ਜਿਹੜਾ ਵਿਅਕਤੀ ਪਾਣੀ ਦੇ ਜ਼ਖੀਰੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਉਸ ਨੂੰ ਸਖਤ ਸਜ਼ਾ ਦਿੱਤੀ ਜਾਣ ਲੱਗ ਪਈ। ਸੰਖੇਪ ਵਿੱਚ ਅਸੀਂ ਆਪਣੀ ਪੁਰਾਣੀ ਸੰਸਕ੍ਰਿਤੀ ਤੋਂ ਅਨੁਭਵ ਕੀਤਾ ਹੈ ਕਿ ਭਾਰਤ ਖੇਤੀਬਾੜੀ ਪ੍ਰਧਾਨ ਦੇਸ਼ ਰਿਹਾ ਹੈ। ਇਸ ਲਈ 80% ਲੋਕਾਂ ਦਾ ਜੀਵਨ ਸਾਧਨ ਖੇਤੀਬਾੜੀ ਹੀ ਹੈ। ਨਤੀਜੇ ਵਜੋਂ ਇਸ ਵਿੱਚ ਆਧੁਨਿਕਤਾ ਪੈਦਾ ਕਰਨ ਲਈ ਨਵੇਂ ਬੀਜ, ਖਾਦਾਂ, ਹਲ, ਟਰੈਕਟਰ, ਟਿਊਬਵੈੱਲਾਂ, ਹਾਰਵੈਸਟਰਾਂ ਅਤੇ ਹੋਰ ਕਈ ਨਵੇਂ ਕਿਸਮ ਦੀਆਂ ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗ ਪਿਆ ਹੈ। ਕਈ ਲਾਮਿਸਾਲ ਸਾਧਨ ਹੁਣ ਉਪਲਬਧ ਹੋ ਗਏ ਹਨ।